ਨੰਗੀ ਅੱਖ ਦਾ ਸੁਪਨਾ ਕਹਾਣੀ ਦੇ ਲੇਖਕ ਸਰਦਾਰ ਜਗਜੀਤ ਸਿੰਘ ਰੰਧਾਵਾ ਜੀ। ਹਰਫਾਂ ਦੇ ਕਾਫਲੇ ਚੈਨਲ ਵੇਖਣ ਵਾਲੇ ਸਾਰੇ ਹੀ ਅਦੀਬ ਸ਼ਖਸੀਅਤਾਂ ਮਿੱਤਰਾਂ ਪਿਆਰਿਆਂ ਨੂੰ ਮੇਰੇ ਵੱਲੋਂ ਤਜਿੰਦਰ ਸਿੰਘ ਗਿੱਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਾਣੀ ਦੇ 5 ਭਾਗ ਆਪਾਂ ਸੁਣ ਚੁੱਕੇ ਹਾਂ। ਅੱਜ 6ਵਾਂ ਭਾਗ ਲੈ ਕੇ ਹਾਜ਼ਰ ਹਾਂ। ਜਿਸ ਤਰੀਕੇ ਨਾਲ ਤੁਸੀਂ ਪਹਿਲੇ 5 ਭਾਗਾਂ ਨੂੰ ਇੰਨਾ ਪਿਆਰ ਦਿੱਤਾ ਏ, ਉਮੀਦ ਕਰਦਾ ਹਾਂ ਕਿ ਇਸ ਭਾਗ ਨੂੰ ਵੀ ਉਸੇ ਤਰੀਕੇ ਨਾਲ ਪਿਆਰ ਜ਼ਰੂਰ ਦੇਵੋਗੇ। ਉਹ ਮੇਰੀ ਪਿਆਰੀ ਅਮਨ, ਕਾਸ਼ ਤੁਸੀਂ ਨਾ ਜਾਂਦੇ। ਮੈਂ ਕਿਵੇਂ ਭੁੱਲਾਂਗੀ ਆਪ ਨੂੰ। ਤੁਸੀਂ ਮੇਰੇ ਲਈ ਹਮੇਸ਼ਾ ਪ੍ਰੇਰਨਾ ਰਹੇ ਹੋ। ਉਹਨਾਂ ਦੀਆਂ ਅੱਖਾਂ 'ਚੋਂ ਛਮ-ਛਮ ਅਥਰੂ ਗਿਰ ਰਹੇ ਸਨ ਤੇ ਫਿਰ ਮੈਨੂੰ ਮੈਡਮ ਸਿਮਰਨ ਨੇ ਰੁਕਣ ਦਾ ਇਸ਼ਾਰਾ ਕੀਤਾ ਤੇ ਆਪ ਅੰਦਰ ਚਲੇ ਗਏ। 2 ਮਿੰਟ ਬਾਅਦ ਫਿਰ ਵਾਪਸ ਆ ਮੈਨੂੰ ਪੈਸੇ ਫੜਾਉਂਦੇ ਬੋਲੇ, ਗੁਰਪ੍ਰਦੇਸ਼ ਵੀਰੇ, ਇਹ 65,000 ਰੁਪਏ ਮੈਡਮ ਅਮਨ ਦੀ ਲਾਸਟ ਪੇ ਹੈ। ਮੈਂ ਉਹਨਾਂ ਦੇ ATM ਕਾਰਡ ਰਾਹੀਂ ਕਢਵਾ ਲਏ ਸਨ। ਇਹ ਫੜੋ ਪੈਸੇ ਤੇ ATM ਕਾਰਡ ਵੀ। ਮੈਂ ਮੈਡਮ ਅਮਨ ਦੀ ਆਤਮਾ ਦੇ ਇਸ਼ਾਰੇ ਤੇ ਪੈਸੇ ਤੇ ਕਾਰਡ ਉਹਨਾਂ ਤੋਂ ਫੜ ਲਿਆ। ਫਿਰ ਮੈਨੂੰ ਉਹਨਾਂ ਇਸ ਰਕਮ ਵਿੱਚੋਂ 15,000 ਰੁਪਏ ਮੈਡਮ ਸਿਮਰਨ ਨੂੰ ਦੇਣ ਲਈ ਆਖਿਆ। ਮੈਂ ਉਵੇਂ ਹੀ ਕੀਤਾ। ਮੈਡਮ ਸਿਮਰਨ ਪੈਸੇ ਨਹੀਂ ਫੜ ਰਹੇ ਸਨ। ਜਦ ਉਹਨਾਂ ਦੇ ਪੁੱਛਣ ਤੇ ਮੈਂ ਆਤਮਾ ਨੂੰ ਪੁੱਛਿਆ ਕਿ ਮੈਡਮ ਸਿਮਰਨ ਪੁੱਛ ਰਹੇ ਨੇ ਕਿ ਉਹ ਮੈਨੂੰ ਕਿਉਂ ਪੈਸੇ ਦੇ ਰਹੇ ਹਨ, ਤਾਂ ਜਦ ਮੈਂ ਇਹੀ ਸਵਾਲ ਮੈਡਮ ਅਮਨ ਦੀ ਆਤਮਾ ਤੋਂ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਬੇਟੇ ਦੇ ਜਨਮ ਸਮੇਂ ਮੈਡਮ ਸਿਮਰਨ ਨੇ ਇਹਨਾਂ ਪੈਸਿਆਂ ਨਾਲ ਹਸਪਤਾਲ ਦਾ ਬਿੱਲ ਅਦਾ ਕੀਤਾ ਸੀ। ਇਹਨਾਂ ਕਦੇ ਪੈਸੇ ਨਹੀਂ ਮੰਗੇ, ਪਰ ਹੁਣ ਜਦ ਲੇਖਾ ਦੇਣ ਦੀ ਵਾਰੀ ਆਈ ਏ ਤਾਂ ਮੈਨੂੰ ਇਹ ਪੈਸੇ ਇਹਨਾਂ ਨੂੰ ਦੇਣੇ ਹੀ ਪੈਣੇ ਨੇ। ਮੈਂ ਇਹ ਸ਼ਬਦ ਮੈਡਮ ਸਿਮਰਨ ਨੂੰ ਦੱਸੇ। ਮੈਡਮ ਸਿਮਰਨ ਬਹੁਤ ਰੋਏ। ਮੈਨੂੰ ਕਹਿੰਦੇ, ਗੁਰਪ੍ਰਦੇਸ਼ ਵੀਰੇ, ਕਿੱਥੇ ਹੈ ਅਮਨ ਦੀ ਆਤਮਾ? ਮੈਂ ਜੱਫੀ ਪਾਉਣੀ ਹੈ। ਜਦ ਮੈਂ ਮੈਡਮ ਅਮਨ ਦੀ ਆਤਮਾ ਕੰਨੀ ਤੱਕਿਆ ਤਾਂ ਉਹ ਮੇਰੇ ਪਿੱਛੇ ਖੜੇ ਸਨ। ਉਹਨਾਂ ਮੈਡਮ ਸਿਮਰਨ ਨੂੰ ਮੈਨੂੰ ਹੀ ਕਲਾਵੇ ਵਿੱਚ ਲੈਣ ਦੀ ਗੱਲ ਆਖੀ। ਫਿਰ ਅਗਲੇ ਹੀ ਪਲ ਮੈਡਮ ਸਿਮਰਨ ਨੇ ਮੈਨੂੰ ਕਲਾਵੇ ਵਿੱਚ ਲੈ ਲਿਆ। ਮੈਨੂੰ ਇੰਜ ਲੱਗਿਆ ਜਿਵੇਂ ਮੈਡਮ ਅਮਨ ਦੀ ਆਤਮਾ ਮੇਰੇ ਵਿੱਚ ਪ੍ਰਵੇਸ਼ ਕਰ ਗਈ ਹੋਵੇ। 2 ਰੱਬੀ ਰੂਹਾਂ ਭੈਣਾਂ ਦੇ ਰੂਪ ਵਿੱਚ ਜਾਂ ਭੈਣ ਭਾਈ ਦੇ ਰੂਪ ਵਿੱਚ ਮਿਲ ਰਹੀਆਂ ਸਨ। ਮੈਂ ਨਹੀਂ ਜਾਣਦਾ ਇਹ ਗਲਵਕੜੀ ਕਿੰਨਾ ਸਮਾਂ ਪਈ ਰਹੀ। ਫਿਰ, ਵੀਰੇ, ਤੁਸੀਂ ਮੈਡਮ ਅਮਨ ਦਾ ਰੂਪ ਹੋ। ਕਦੀ ਇਸ ਨਿਮਾਣੀ ਭੈਣ ਨੂੰ ਨਾ ਵਿਸਾਰਨਾ। ਜ਼ਰੂਰ ਮਿਲਦੇ ਰਹਿਣਾ। ਤੁਹਾਡੇ ਵਿੱਚ ਮੈਂ ਮੈਡਮ ਅਮਨ ਨੂੰ ਦੇਖਦੀ ਹਾਂ। ਆਪ ਮਹਾਰੇ ਹੀ ਗੁਰਬਾਣੀ ਦੀ ਤੁਕ ਮੇਰੇ ਮੁਖੋਂ ਉਚਰੀ। ਨਦੀਆਂ ਹਵਾ ਵਿਛੁੰਨਿਆ ਮੇਲਾ ਸੰਜੋਗੀ ਰਾਮ। ਮੈਂ ਆਪਣੇ ਹੱਥਾਂ ਨਾਲ ਮੈਡਮ ਸਿਮਰਨ ਦੇ ਅਥਰੂ ਪੂੰਝਦੇ ਹੋਏ ਬੋਲਿਆ, ਤੁਸੀਂ ਚਿੰਤਾ ਨਾ ਕਰਨਾ ਦੀਦੀ, ਮੈਂ ਇਹ ਰਿਸ਼ਤਾ ਅਖੀਰਲੇ ਸਾਹਾਂ ਤੱਕ ਨਿਭਾਵਾਂਗਾ। ਮੇਰੇ ਬੋਲ ਵੀ ਹੁਣ ਭਾਰੇ ਹੋ ਗਏ ਸਨ। ਮੈਡਮ ਅਮਨ ਦੀ ਆਤਮਾ ਮੈਨੂੰ ਜਾਣ ਦਾ ਇਸ਼ਾਰਾ ਕਰ ਰਹੀ ਸੀ। ਮੈਂ ਆਪਣੀ ਬਾਈਕ ਉੱਤੇ ਮੈਡਮ ਸਿਮਰਨ ਦੇ ਘਰ ਛੱਡ ਕਾਰ ਉੱਤੇ ਪਿੰਡ ਨੂੰ ਰਵਾਨਾ ਹੋ ਗਿਆ। ਸਾਰਾ ਰਸਤਾ ਮੈਂ ਇਹੀ ਸੋਚਦਾ ਰਿਹਾ ਕਿ ਕਿਧਰੇ ਫਿਰ ਮੈਨੂੰ ਹੋਰ ਚਿੰਤਾ। ਗੱਡੀ ਬਾਰੇ ਘਰ ਕੀ ਆਖਾਂਗਾ, ਕੀ ਦੱਸਾਂਗਾ, ਕਿੱਥੋਂ ਆਈ ਏ, ਕਿਵੇਂ ਲਿਆਂਦੀ ਏ, ਕਿੰਨੇ ਦਿੱਤੀ ਏ, ਕਿਉਂ ਦਿੱਤੀ ਏ। ਫਿਰ ਜਿਵੇਂ ਮੇਰੇ ਕੰਨਾਂ ਵਿੱਚ ਗੁਰਬਾਣੀ ਦੀਆਂ ਤੁਕਾਂ ਗੂੰਜਣ ਲੱਗੀਆਂ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ, ਸਾਈਂ ਗੱਲ ਚੰਗੀ। ਹੁਣ ਅਕਸਰ ਹੀ ਮੇਰੀ ਰਸਨਾ ਤੇ ਗੁਰਬਾਣੀ ਦੀਆਂ ਤੁਕਾਂ ਆ ਜਾਂਦੀਆਂ ਸਨ। ਮੈਂ ਕਹਾਂਗਾ, ਗੱਡੀ ਮੁੱਲ ਲੈ ਲਈਏ ਕਿਸ਼ਤਾਂ ਤੇ। ਮੈਂ ਗੱਡੀ ਦੀ ਆਸ ਹੀ ਦਿਖਾ ਦਿਆਂਗਾ ਜੋ ਕਿ ਮੇਰੇ ਨਾਂ ਹੈ, ਇਹੀ ਚੰਗਾ ਰਹੇਗਾ। ਸਾਰੇ ਪੈਸੇ ਸਵੇਰੇ ਮੈਂ ਅਕਾਊਂਟ ਖੁਲਵਾ ਕੇ ਬੈਂਕ ਵਿੱਚ ਨਹੀਂ, ਡਾਕਖਾਨੇ ਵਿੱਚ ਜਮ੍ਹਾਂ ਕਰਵਾ ਦੇਵਾਂਗਾ। ਹਾਂ, ਸਵੇਰੇ ਜ਼ਰੂਰ ਕਰਵਾ ਦੇਵਾਂਗਾ। ਸੋਚਾਂ ਦੀ ਇਸ ਘੁੰਮਣ ਘੇਰੀ ਵਿੱਚ ਕਦੋਂ ਪਿੰਡ ਆ ਗਿਆ, ਕੁਝ ਪਤਾ ਹੀ ਨਾ ਲੱਗਿਆ। ਪਿੰਡ ਪਹੁੰਚ ਕੇ ਮੈਂ ਦੀਦੀ ਸਿਮਰਨ ਨੂੰ ਪਿੰਡ ਪਹੁੰਚਣ ਦੀ ਖਬਰ ਮੋਬਾਈਲ ਰਾਹੀਂ ਦੇ ਦਿੱਤੀ। ਰਾਤ ਨੂੰ ਮੈਂ ਸਾਰਿਆਂ ਨੂੰ ਗੱਡੀ ਬਾਰੇ ਦੱਸ ਦਿੱਤਾ। ਸਾਰੇ ਬਹੁਤ ਖੁਸ਼ ਹੋਏ। ਕਿਸੇ ਦੇ ਮਨ ਵਿੱਚ ਕੋਈ ਦੁਬਿਧਾ ਜਾਂ ਸ਼ੰਕਾ ਨਾ ਆਈ। ਛੋਟੀ ਭੈਣ ਕੁਲਦੀਪ ਨੇ ਜਦ ਪਾਰਟੀ ਮੰਗੀ ਤਾਂ ਮੈਂ ਸਵੇਰ ਦਾ ਵਾਅਦਾ ਕਰ ਰੋਟੀ ਟੁੱਕ ਖਾ ਸੌਣ ਲਈ ਆਪਣੇ ਕਮਰੇ ਵਿੱਚ ਚਲਾ ਗਿਆ। ਫਿਰ ਮੈਂ
ਅੱਧੀ ਰਾਤੀ ਅਚਾਨਕ ਮੇਰੀ ਅੱਖ ਖੁੱਲ੍ਹੀ। ਮਨ ਹੀ ਮਨ ਆਪਣੇ ਆਪ ਨੂੰ ਸਵਾਲ ਕੀਤਾ, ਬਾਕੀ ਸਭ ਤਾਂ ਠੀਕ ਹੈ, ਪਰ ਮੈਡਮ ਅਮਨ ਦੀ ਆਤਮਾ ਨੇ 50,000 ਦਾ ਕੀ ਕਰਨਾ, ਇਸ ਬਾਰੇ ਤਾਂ ਦੱਸਿਆ ਹੀ ਨਹੀਂ। ਫਿਰ ਸੋਚਿਆ ਕਿ ਉਹ ਫੇਰ ਆਉਣਗੇ, ਜ਼ਰੂਰ ਆਉਣਗੇ, ਫਿਰ ਦੱਸਣਗੇ। ਇਹ ਸੋਚਦਿਆਂ ਸੋਚਦਿਆਂ ਕਦ ਨੀਂਦਰ ਆ ਗਈ ਪਤਾ ਹੀ ਨਾ ਲੱਗਾ। ਇਸ ਰਾਤ ਤੋਂ ਬਾਅਦ ਕਈ ਰਾਤਾਂ ਲੰਘ ਗਈਆਂ, ਪਰ ਮੈਡਮ ਅਮਨ ਦੀ ਆਤਮਾ ਨਾ ਆਈ। ਮੈਂ ਹੁਣ ਆਪਣੇ ਦੈਨਿਕ ਵਿਵਹਾਰ ਵਿੱਚ ਜਮ੍ਹਾਂ ਹੋਏ ਕੰਮਾਂ ਵਿੱਚ ਮਸਰੂਫ ਹੋ ਗਿਆ। 50,000 ਰੁਪਏ ਤੋਂ ਛੁੱਟ ਬਾਕੀ ਸਾਰੇ ਪੈਸੇ ਮੈਂ ਡਾਕਖਾਨੇ ਵਿੱਚ ਜਮ੍ਹਾਂ ਕਰਵਾ ਦਿੱਤੇ। ਕਾਰ ਮੈਂ ਘਰ ਦੇ ਪਿਛਵਾੜੇ ਬਣੀ ਹਵੇਲੀ ਦੇ ਵੱਡੇ ਕਮਰੇ ਵਿੱਚ ਲਗਾ ਦਿੱਤੀ। ਕਣਕ ਦੇ ਸੀਜ਼ਨ ਵਿੱਚ ਖਾਦ ਤੇ ਦਵਾਈਆਂ ਦੀ ਵਿਕਰੀ, ਸਟਾਕ ਜਮ੍ਹਾਂ ਕਰਨਾ ਤੇ ਵੇਚਣਾ, ਮਸਰੂਫੀਅਤ ਤੇ ਭੱਜ ਦੌੜ ਵੱਧ ਗਈ। ਬਾਣੀ ਦੇ ਕਥਨ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਇੰਨੀ ਦਿਨੀ ਜਿਸ ਕਾਜ ਨੂੰ ਮੈਂ ਭੁਲਾਈ ਬੈਠਾ ਸੀ, ਜਿਸ ਡਿਊਟੀ ਲਈ ਮੈਂ ਪੜ੍ਹਾਈ ਕੀਤੀ ਸੀ, ਸਤਿਗੁਰ ਸੱਚੇ ਪਾਤਸ਼ਾਹ ਨੇ ਮੇਰੀ ਸੁਣ ਲਈ। ਸੀਨੀਅਰ ਸੈਕੰਡਰੀ ਸਕੂਲ ਵਿੱਚ ਮਾਸਟਰਾਂ ਦੀ ਭਰਤੀ ਵਿੱਚ ਮੇਰਾ ਨੰਬਰ ਲੱਗ ਗਿਆ। ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਮੈਂ ਬਤੌਰ ਪੰਜਾਬੀ ਮਾਸਟਰ ਜੁਆਇਨ ਕਰ ਲਿਆ। ਮੇਰੀ ਖੁਸ਼ੀ ਦੀਆਂ ਕੋਈ ਹੱਦਾਂ ਨਾ ਰਹੀਆਂ। ਘਰ ਤੇ ਦੁਕਾਨ 'ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਮਾਂ ਤੇ ਭੈਣ ਬਹੁਤ ਖੁਸ਼ ਸਨ। ਮਾਂ ਤਾਂ ਸੁਖਣਾ ਲਾਉਣ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਗਈ। ਮੈਡਮ ਸਿਮਰਨ ਵਧਾਈ ਦੇਣ ਲਈ ਸਕੂਲ ਚੱਲ ਕੇ ਆਏ। ਇਹ ਕੀ ਇਤਫਾਕ ਸੀ। ਮੈਡਮ ਅਮਨ ਦੇ ਸਹੁਰਿਆਂ ਦਾ ਪਿੰਡ ਵੀ ਇਹੀ ਸੀ ਤੇ ਉਹਨਾਂ ਦੀ ਕੋਠੀ, ਜਿੱਥੋਂ ਮੈਂ ਕੁਝ ਦਿਨ ਪਹਿਲਾਂ ਹੀ ਸਾਰਾ ਸਮਾਨ ਚੁੱਕ ਕੇ ਲੈ ਗਿਆ ਸੀ, ਉਹ ਵੀ ਮੇਰੇ ਸਕੂਲ ਦੀ ਬੈਕ ਸਾਈਡ 'ਤੇ ਹੀ ਸੀ। ਮੇਰੇ ਲਈ ਸਭ ਕੁਝ ਅਚੰਭਤ ਕਰਨ ਵਾਲਾ ਸੀ। ਜੇ ਕੋਈ ਵਧਾਈ ਦੇਣ ਲਈ ਨਹੀਂ ਆਇਆ ਸੀ ਤਾਂ ਉਹ ਮੈਡਮ ਅਮਨ ਦੀ ਆਤਮਾ ਸੀ। ਮੈਂ ਸੋਚਦਾ ਰਹਿੰਦਾ ਕਿ ਉਹ ਆਉਣਗੇ, ਜ਼ਰੂਰ ਆਉਣਗੇ, ਨਹੀਂ ਆਉਣਗੇ, ਪਰ ਉਹ ਨਾ ਆਏ। ਫਿਰ ਜਨਵਰੀ 2008 ਦੀ ਮੀਂਹ ਤੇ ਝੱਖੜ ਵਾਲੀ ਇੱਕ ਬਰਫਾਨੀ ਰਾਤ, ਸ਼ਾਮੀ 7 ਵਜੇ ਤੋਂ ਰੁਕ ਰੁਕ ਕੇ ਬਾਰਿਸ਼ ਹੋ ਰਹੀ ਸੀ। ਸ਼ੂਕਦੀ ਹਵਾ ਦੇ ਤੇਜ਼ ਬੁੱਲੇ ਹੱਡਾਂ ਵਿੱਚ ਧੱਸਦੇ ਜਾ ਰਹੇ ਸਨ। ਘਰ ਤੋਂ ਸਕੂਲ ਦਾ ਸਫ਼ਰ 10 ਕਿਲੋਮੀਟਰ ਸੀ। ਕੱਲ੍ਹ ਦਾ ਮੈਨੂੰ ਕੋਲਡ ਹੋ ਗਿਆ ਸੀ। ਮੈਂ ਸਕੂਲੋਂ ਸਿੱਧਾ ਘਰ 3:30 ਵਜੇ ਪਹੁੰਚ ਆਪਣੇ ਬੈਡਰੂਮ ਵਿੱਚ ਗਿਆ ਤੇ ਜਾ ਕੇ ਦਵਾਈ ਖਾ ਕੇ ਸੌਂ ਗਿਆ। ਸ਼ਾਮੀ 7 ਵਜੇ ਜਦ ਮੀਂਹ ਹਨੇਰੀ ਤੇ ਝੱਖੜ ਆਇਆ, ਮੇਰੀ ਜਾਗ ਖੁੱਲ੍ਹ ਗਈ। ਬੀਜੀ ਗਰਮ ਚਾਹ ਦੇ ਕੇ ਚਲੇ ਗਏ। ਮੈਂ ਉਹਨਾਂ ਦੇ ਜਾਣ ਤੋਂ ਬਾਅਦ ਰਜਾਈ ਹੋਰ ਕੁੱਟ ਲਈ। ਹੱਡ ਚੀਰਵੀਂ ਠੰਡ ਤੇ ਸੂਕਦੀ ਹਵਾ ਦੇ ਬੁੱਲੇ ਤੇ ਉੱਪਰੋਂ ਹੋ ਰਹੀ ਬਾਰਿਸ਼ ਕਿਆ ਨਜ਼ਾਰਾ ਪੇਸ਼ ਕਰ ਰਹੀ ਸੀ। ਮੇਰੀ ਨੀਂਦ ਪੂਰੀ ਹੋ ਗਈ ਸੀ। ਮੈਂ ਰਜਾਈ ਵਿੱਚ ਮੂੰਹ ਦੇਈ ਕਾਫੀ ਦੇਰ ਸੌਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਕਾਫੀ ਦੇਰ ਉਸਲਵੱਟੇ ਭੰਨਣ ਤੋਂ ਬਾਅਦ ਪਾਸੇ ਮਾਰਦਿਆਂ ਜਦ ਨੀਂਦ ਨਾ ਆਈ ਤਾਂ ਕੰਬਲ ਦੀ ਬੁੱਕਲ ਮਾਰ ਮੈਂ ਬਾਹਰ ਵਿਹੜੇ ਵਿੱਚ ਆ ਗਿਆ। ਅਸੀਂ ਮਾਂ ਪੁੱਤ ਪੀੜ੍ਹੀ 'ਤੇ ਬੈਠ ਕੇ ਗੱਲਾਂ ਕਰਦੇ ਰਹੇ। ਬੀਜੀ ਵੀ ਮੇਰੇ ਕੋਲ ਆ ਕੇ ਬੈਠ ਗਏ। ਪੁੱਤਰ, ਬਹੁਤ ਚੰਗਾ ਲੱਗਦਾ ਜਦ ਤੂੰ ਮੇਰੇ ਕੋਲ ਬੈਠਦਾ, ਦੁੱਖ ਸੁੱਖ ਦੀਆਂ ਗੱਲਾਂ ਕਰਦਾ। ਮੇਰੇ ਤਾਂ ਜਵਾਂ ਕਾਲਜੇ ਠੰਡ ਪੈ ਜਾਂਦੀ। ਬੀਜੀ, ਮੇਰਾ ਵੀ ਬਹੁਤ ਦਿਲ ਕਰਦਾ ਕਿ ਤੁਹਾਡੇ ਕੋਲ ਬੈਠਾਂ, ਤੁਹਾਡੀ ਸੇਵਾ ਕਰਾਂ, ਪਰ ਤੁਸੀਂ ਤਾਂ ਮੈਨੂੰ ਸੇਵਾ ਲੈਣ ਹੀ ਨਹੀਂ ਦਿੰਦੇ। ਹਮੇਸ਼ਾ ਜਦ ਮੈਂ ਲੱਤਾਂ ਘੁੱਟਦਾ ਤੇ ਮੇਰੇ ਹੱਥ ਪਰੇ ਕਰ ਦਿੰਦੇ ਹੋ। ਮੇਰੀ ਸ਼ਰਾਰਤ ਜਿਹੀ ਸੁੱਜੀ ਬੀਜੀ ਤਾੜ ਗਏ। ਜਦ ਹੱਡ ਪੈਰ ਨਰੋਏ ਪੁੱਤਰਾਂ, ਫਿਰ ਸੇਵਾ ਕਿਉਂ ਕਰਾਉਣੀ? ਬਸ ਤੂੰ 2 ਪਲ ਆਪਣੀਆਂ ਗੱਲਾਂ ਦੇ ਨਾਲ ਮੈਨੂੰ ਪਿਆਰ ਦਿਆ ਕਰ, ਮੇਰੇ ਕੋਲ ਬੈਠ ਜਾਇਆ ਕਰ। ਬੀਜੀ ਦੇ ਇਹ ਸ਼ਬਦ ਸੁਣ ਮੇਰਾ ਹਾਸਾ ਨਿਕਲ ਗਿਆ। ਫਿਰ ਮੈਂ 2 ਫੁਲਕੇ ਰਸੋਈ 'ਚ ਬੈਠ ਕੇ ਛਕ ਲਏ ਤੇ ਪਿਤਾ ਜੀ ਨੂੰ ਅੰਦਰ ਕਮਰੇ ਵਿੱਚ ਫੜਾ। ਫਿਰ ਬਾਰਿਸ਼ ਵਿੱਚ ਵਿਹੜੇ ਤੋਂ ਬੈਠਕ ਵਿੱਚ ਆ ਕੇ ਨਿਤਨੇਮ ਕਰਨ ਲੱਗ ਪਿਆ। ਬਾਰਿਸ਼ ਤੇ ਹਨੇਰੀ ਝੱਖੜ ਉਸੇ ਤਰ੍ਹਾਂ ਜਾਰੀ ਸੀ। ਬਿਜਲੀ ਗੁੱਲ ਤੇ ਅਸਮਾਨੀ ਬਿਜਲੀ ਦੀ ਗੜਗੜਾਹਟ ਦੂਰ ਤੱਕ ਸੁਣਾਈ ਦਿੰਦੀ ਸੀ। ਰਾਤੀ 12 ਵਜੇ ਬਾਰਿਸ਼ ਰੁਕ ਗਈ ਤੇ ਲਾਈਟ ਵੀ ਆ ਗਈ। ਮੈਨੂੰ ਨੀਂਦ ਨਾ ਆਈ। ਮੈਂ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਇੱਕ ਰਸ਼ੀਅਨ ਕਿਤਾਬ ਹੋਣੀ ਤੋਂ ਬਲਵਾਨ ਇਸ਼ੂ ਕਰਵਾਈ ਸੀ। ਕੰਬਲ ਦੀ ਬੁੱਕਲ ਮਾਰ ਚੇਅਰ 'ਤੇ ਬੈਠ ਮੈਂ ਪੜ੍ਹਨ ਲੱਗ ਪਿਆ। ਇੰਨੇ ਵਿੱਚ ਬੈਡਰੂਮ ਵਿੱਚ
ਕਿਸੇ ਦੇ ਆਉਣ ਦਾ ਅਹਿਸਾਸ ਠੰਡੀ ਹਵਾ ਦੇ ਬੁੱਲੇ ਵਾਂਗ ਲੱਗਾ ਕਿ ਜਿਵੇਂ ਕੋਈ ਮੈਨੂੰ ਛੂਹ ਕੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਾ ਰਿਹਾ ਹੋਵੇ। ਮੈਂ ਕਿਤਾਬ ਤੋਂ ਨਜ਼ਰਾਂ ਉੱਪਰ ਵੱਲ ਦੌੜਾਈਆਂ ਤਾਂ ਕੀ ਦੇਖਦਾ, ਮੈਡਮ ਅਮਨ ਦੀ ਆਤਮਾ ਮੇਰੇ ਸਾਹਮਣੇ ਖੜੋਤੀ ਮੁਸਕਰਾ ਰਹੀ ਸੀ। ਬਹੁਤ ਬਹੁਤ ਮੁਬਾਰਕਾਂ ਗੁਰਉਪਦੇਸ਼, ਤੁਸੀਂ ਮਾਸਟਰ ਬਣ ਗਏ ਹੋ, ਪਰ ਸੌਰੀ ਮੈਂ ਲੇਟ ਹੋ ਗਈ। ਮੈਨੂੰ ਨਹੀਂ ਪਾਰਟੀ ਦਿਓਗੇ? ਆਉਂਦਿਆਂ ਹੀ ਆਤਮਾ ਦੇ ਇਸ ਸ਼ਬਦ ਸੁਣ ਮੈਂ ਵੀ ਮੁਸਕਰਾ ਪਿਆ। ਆ ਗਏ ਤੁਸੀਂ ਮੈਡਮ ਅਮਨ ਜੀ? ਇਸ ਵਾਰ ਬਹੁਤ ਦੇਰ ਕਰ ਦਿੱਤੀ। ਮੇਰੇ ਵੱਸ ਕੀ ਹੈ ਗੁਰਉਪਦੇਸ਼, ਮੈਂ ਤਾਂ ਹੁਕਮ ਦੀ ਬੰਨੀ। ਹੁਣ ਮੈਡਮ ਅਮਨ ਦੀ ਆਤਮਾ ਗੁਰਉਪਦੇਸ਼ ਨੂੰ ਕਿਸ ਲਈ ਮਿਲਣ ਆਈ ਤੇ ਕਿਹੜੇ ਕਾਰਜ ਵਾਸਤੇ ਉਹਨੇ ਉਸ ਨੂੰ ਬੇਨਤੀ ਕੀਤੀ, ਉਹ ਆਪਾਂ ਅਗਲੇ ਭਾਗ ਦੇ ਵਿੱਚ ਸੁਣਾਂਗੇ। ਪਹਿਲੇ ਭਾਗਾਂ ਨੂੰ ਸੁਣਨ ਲਈ, ਇੰਨਾ ਅਥਾਹ ਪਿਆਰ ਦੇਣ ਲਈ ਆਪ ਜੀ ਦਾ ਦਿਲੋਂ ਧੰਨਵਾਦ ਹੈ। ਅਗਲੇ ਭਾਗ ਦੇ ਵਿੱਚ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ 50,000 ਰੁਪਏ ਦਾ ਕੀ ਬਣਿਆ, ਕਿਹੜੀਆਂ ਡਿਊਟੀਆਂ ਮੈਡਮ ਅਮਨ ਦੀ ਆਤਮਾ ਨੇ ਗੁਰਉਪਦੇਸ਼ ਨੂੰ ਲਗਾਈਆਂ, ਉਸ ਦੇ ਹਸਬੈਂਡ ਦਾ ਕੀ ਬਣਿਆ, ਉਸ ਦੇ ਬੇਟੇ ਦਾ ਕੀ ਬਣਿਆ। ਇਹ ਸਾਰਾ ਕੁਝ ਆਪਾਂ ਅਗਲੇ ਭਾਗ ਦੇ ਵਿੱਚ ਸੁਣਾਂਗੇ। ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ। ਹਰਫਾਂ ਦੇ ਕਾਫਲੇ ਚੈਨਲ ਨੂੰ ਇਸੇ ਤਰੀਕੇ ਨਾਲ ਪਿਆਰ ਕਰਦੇ ਰਹਿਣਾ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।